बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। जी नाजरीन, इतवार और सोमवार की दरम्यानी शब्द दरम्यान रात नूं तुहानूं पता बलोचिस्तान दे विच बहुत सारे पंजाबियां नूं ਬੱਸਾਂ ਦੇ ਵਿੱਚੋਂ ਔਰ ਟਰੱਕਾਂ ਦੇ ਵਿੱਚੋਂ ਲਾ ਕੇ ਉਹਨਾਂ ਨੇ ਸ਼ਨਾਖਤੀ ਕਾਰਡ ਚੈੱਕ ਕਰਕੇ ਮਾਰਿਆ। ਯਾਰ ਬੜੀ ਅਫਸੋਸਨਾਕ ਗੱਲ ਆ ਕਿ ਬਲੋਚਿਸਤਾਨ ਜਿਹੜਾ ਸਾਡੇ ਪਾਕਿਸਤਾਨ ਦਾ ਹਿੱਸਾ, ਅਸੀਂ ਪੰਜਾਬੀ ਲੋਕ ਬਲੋਚਿਸਤਾਨ ਵੀ ਆਜ਼ਾਦੀ ਦੇ ਨਾਲ ਨਹੀਂ ਜਾ ਸਕਦੇ। ਇਹਦੀ ਕੀ ਵਜ੍ਹਾ? ਬਲੋਚ ਲੋਕ ਕਿਉਂ ਸਾਡੇ ਨਾਲ ਇੰਨੀ ਨਫ਼ਰਤ ਕਰਦੇ ਨੇ? ਉਹਨਾਂ ਨੂੰ ਬਾਹਰ ਦੇ ਮੁਲਕਾਂ ਤੋਂ ਕੋਈ ਫੰਡਿੰਗ ਆ ਰਹੀ ਹੈ? ਜਿਹੜੇ ਦਹਿਸ਼ਤਗਰਦ ਤਨਜ਼ੀਮਾਂ ਨੇ ਜਿਹੜੇ ਪੰਜਾਬੀਆਂ ਨੂੰ ਲਾ ਕੇ ਮਾਰਦੇ ਨੇ। ਬੜੇ ਅਫਸੋਸ ਦੀ ਖਬਰ ਹੈ ਯਾਰ ਕਿ ਪੀਰ ਔਰ ਇਤਵਾਰ ਦੀ ਦਰਮਿਆਨੀ ਜਿਹੜੀ ਰਾਤ ਸੀ, ਉਦੋਂ ਜਿਹੜੀਆਂ ਵੀ ਬੱਸਾਂ ਕੋਈ ਪੰਜਾਬ ਨੂੰ ਆ ਰਹੀਆਂ ਸੀ ਜਾਂ ਪੰਜਾਬ ਤੋਂ ਉੱਧਰ ਨੂੰ ਜਾ ਰਹੀਆਂ ਸੀ, ਤੇ ਉਹਨਾਂ ਨੇ ਮੁਖਤਲਿਫ ਜਗ੍ਹਾ ਤੇ ਰੋਡਾਂ ਦੇ ਉੱਤੇ ਦਹਿਸ਼ਤਗਰਦਾਂ ਨੇ ਨਾਕੇ ਲਾਏ ਹੋਏ ਸੀ ਔਰ ਬੱਸਾਂ ਦੇ ਵਿੱਚੋਂ ਪੰਜਾਬੀਆਂ ਨੂੰ ਲਾ ਕੇ ਉਹਨਾਂ ਨੂੰ ਗੋਲੀ ਮਾਰੀ ਜਾ ਰਿਹਾ ਸੀ, ਇੱਕ ਲਾਈਨ ਦੇ ਵਿੱਚ ਖੜੇ ਕਰਕੇ, ਤੇ ਜਿਹੜੇ ਕੋਈ ਬਲੋਚੀ ਸੀ ਉਹਨਾਂ ਨੂੰ ਛੱਡੀ ਜਾ ਰਹੇ ਸੀ। ਇਸੇ ਇੱਕ ਬੱਸ ਦੇ ਵਿੱਚ ਪਾਕ ਪਤਨ ਦਾ ਚੌਕ ਸਰਵਰ ਦਾ ਹਵਾਲਦਾਰ ਅਬਦੁਲ ਗਫੂਰ ਵੀ ਸ਼ਾਮਲ ਸੀ। ਉਹ ਆਪਣੇ ਬੀਵੀ ਬੱਚਿਆਂ ਸਮੇਤ ਬੱਸ ਦੇ ਵਿੱਚ ਬੈਠਾ ਸੀ। ਉਹਦੀ ਬੇਗਮ ਦੱਸਦੀ ਆ ਕਿ ਜਿਸ ਵੇਲੇ ਸਾਡੀ ਬੱਸ ਨੂੰ ਡੱਕਿਆ ਚੋਰਾਂ ਨੇ, ਦਹਿਸ਼ਤਗਰਦਾਂ ਨੇ, ਤੇ ਉਹਨਾਂ ਨੇ ਕੰਡਕਟਰ ਨੇ ਪਹਿਲਾਂ ਹੀ ਸਾਰਿਆਂ ਕੋਲੋਂ ਸ਼ਨਾਖਤੀ ਕਾਰਡ ਫੜ ਲਏ, ਫੜ ਕੇ ਤੇ ਉਹਨਾਂ ਨੂੰ ਦੇ ਦਿੱਤੇ। ਉਹ ਦੇਖੀ ਜਾ ਰਹੇ ਸੀ ਕਿ ਉਹ ਕਹਿ ਰਹੇ ਸੀ ਜਿੰਨੇ ਵੀ ਪੰਜਾਬੀ ਆ ਸਾਰੇ ਥੱਲੇ ਆ ਜਾਓ। ਤੇ ਮੇਰਾ ਜਿਹੜਾ ਖਾਮਦ ਆ ਅਬਦੁਲ ਗਫੂਰ, ਉਹ ਵੀ ਉਸ ਬੱਸ ਦੇ ਵਿੱਚ ਬੈਠਾ ਸੀ, ਤੇ ਇੱਕ ਸ਼ੇਰ ਖਾਨ ਬੰਦਾ ਸੀ, ਉਹ ਥੱਲੇ ਨਹੀਂ ਸੀ ਆ ਰਿਹਾ। ਉਹਨਾਂ ਨੇ ਕਿਹਾ ਸ਼ੇਰ ਖਾਨ ਥੱਲੇ ਆਏ, ਉਹ ਥੱਲੇ ਨਹੀਂ ਸੀ ਆ ਰਿਹਾ, ਉਤਰ ਰਿਹਾ। ਉਹਨਾਂ ਨੇ ਸ਼ੀਸ਼ੇ ਦੇ ਵਿੱਚ ਫਾਇਰ ਮਾਰਿਆ ਜਿਸ ਵੇਲੇ ਉਹ ਸ਼ੇਰ ਖਾਨ ਉਸ ਵੇਲੇ ਉਤਰ ਚੁੱਕਿਆ ਸੀ। ਤੇ ਜੋ ਹੀ ਸਾਰੇ ਬੰਦੇ ਉਤਰੇ ਪੰਜਾਬੀ, ਤੇ ਕੰਡਕਟਰ ਨੇ ਤੇ ਡਰਾਈਵਰ ਨੇ ਰਲ ਕੇ ਬੱਸ ਨੂੰ ਨਸਾਤਾ। ਉਹ ਲੈ ਕੇ ਬੱਸ ਨਿਕਲ ਗਏ। ਉਹਦੇ ਵਿੱਚ ਅਬਦੁਲ ਗਫੂਰ ਜਿਹੜਾ ਹਵਾਲਦਾਰ ਸੀ, ਉਹਦੀ ਬੀਵੀ ਔਰ ਬੱਚੇ ਵੀ ਗੱਡੀ 'ਚ ਬੈਠੇ ਸੀ। ਤੇ ਉਹ ਦੱਸਦੀਆਂ ਨੇ ਕਿ ਮੈਂ ਬੜਾ ਸ਼ੋਰ ਪਾਇਆ ਕਿ ਮੇਰੇ ਖਾਮਦ ਜਿਹੜੇ ਨੇ ਅਬਦੁਲ ਗਫੂਰ ਉਹ ਨਹੀਂ ਆਏ, ਗੱਡੀ ਨੂੰ ਰੋਕੋ। ਮੈਂ ਹਾਲ ਦਵਾਈ ਪਾਉਂਦੀ ਰਹੀ, ਪਿੱਟਦੀ ਰਹੀ, ਲੇਕਿਨ ਡਰਾਈਵਰ ਨੇ ਇੱਕ ਨਾ ਸੁਣੀ ਔਰ ਗੱਡੀ ਨੂੰ ਦੌੜਾਤਾ। ਅੱਗੇ ਆ ਕੇ ਉਹਨਾਂ ਨੇ ਗੱਡੀ ਇੱਕ ਸਾਈਡ ਤੇ ਲਾਈ। ਫਿਰ ਉਹਨਾਂ ਨੇ ਦੱਸਿਆ ਕਿ ਅਗਰ ਅਸੀਂ ਉੱਥੇ ਗੱਡੀ ਰੋਕ ਲੈਂਦੇ, ਬੱਸ ਨੂੰ ਰੋਕ ਦਿੰਦੇ, ਤੇ ਉਹਨਾਂ ਨੇ ਬੱਸ ਨੂੰ ਅੱਗ ਲਾ ਦੇਣੀ ਸੀ। ਹੋ ਸਕਦਾ ਉਹ ਤੁਹਾਨੂੰ ਵੀ ਮਾਰ ਦਿੰਦੇ ਪੰਜਾਬੀ ਕਰਕੇ। ਉਹ ਦੱਸਦੀਆਂ ਨੇ ਕਿ ਉਹਨਾਂ ਨੇ ਫਿਰ ਸਾਨੂੰ ਇੱਕ ਮਸਜਿਦ ਦੇ ਵਿੱਚ ਛੁਪਾ ਦਿੱਤਾ ਔਰ ਅਸੀਂ ਸਾਰੀ ਰਾਤ ਫਿਰ ਉੱਥੇ ਮਸਜਿਦ 'ਚ ਹੀ ਰਹੇ, ਜਿੰਨੇ ਵੀ ਸੀ ਮੁਸਾਫਰ ਪੰਜਾਬੀ। ਸੁਬਾਹ ਦੇ ਟਾਈਮ ਫਿਰ ਆਰਮੀ ਆਈ, आर्मी ने सानू उतों कढ़िया। बस रोके तो बस जला देंगे। आगे जाके उन्होंने बस रोकी और हमें एक मस्जिद में छुपा दी। ते अब्दुल गफूर चूँकि इस हादसे दे विच, इस वाक़े दे विच शहीद हो गए ने, ते उन्हां दी ये सारी स्टोरी जिहड़ी तुसी वीडियो वेख लो, उन्हां दी बेगम ने दस्सिया कि इस तरह वाक़या पेश आया। दोनों साइडां ते दहशतगर्द खड़े सी और ਜਿਹੜਾ ਸ਼ਨਾਖਤੀ ਕਾਰਡ ਵੇਖਦੇ ਸੀ ਪੰਜਾਬੀ ਆ, ਉਹਨੂੰ ਇੱਕ ਸਾਈਡ ਤੇ ਲਾਈਨ ਤੇ ਖੜਾ ਕਰਕੇ ਉਹਨੂੰ ਇੱਕ ਲਾਈਨ ਦੇ ਵਿੱਚ ਗੋਲੀ ਮਾਰ ਦਿੰਦੇ ਸੀ। ਇਸ ਤਰ੍ਹਾਂ ਉਸ ਦਿਨ ਮੂਸਾ ਖੇਲ ਦੇ ਵਿੱਚ ਇਹ ਵਾਕਿਆ ਪੇਸ਼ ਆਇਆ ਔਰ ਬਲੋਚਿਸਤਾਨ ਦੇ ਵਿੱਚ ਉਸ ਦਿਨ ਤਕਰੀਬਨ ਸਾਡੇ 38 ਪੰਜਾਬੀ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕਰਤਾ ਗਿਆ, ਉਹਨਾਂ ਨੂੰ ਮਾਰਤਾ ਗਿਆ ਉਹਨਾਂ ਨੇ ਦਹਿਸ਼ਤਗਰਦਾਂ ਨੇ। ਹੁਣ ਕੋਈ ਵੀ ਪੰਜਾਬੀ ਬਲੋਚਿਸਤਾਨ ਨੂੰ ਕੀ ਤਰੀਕੇ ਨਾਲ ਸਮਝ ਕੇ ਜਾਵੇਗਾ, ਕਿਸ ਤਰੀਕੇ ਨਾਲ ਜਾਵੇਗਾ ਕਿ ਉਹਨੂੰ ਆਪਣੀ ਜਾਨ ਦਾ ਨਹੀਂ ਪਤਾ ਕਿ ਮੈਂ ਜ਼ਿੰਦਾ ਬਚ ਕੇ ਆ ਜਾਵਾਂਗਾ ਜਾਂ ਨਹੀਂ। ਤੇ ਸਾਡੀ ਜਿਹੜੀ ਸਿਕਿਉਰਿਟੀ ਫੋਰਸਿਸ ਆ, ਮਾਸ਼ਾਅੱਲਾ ਹੁਣ ਕਾਰਵਾਈ ਉਹਨਾਂ ਨੇ ਕਰਨੀ ਸ਼ੁਰੂ ਕਰਤੀ, ਤੇਜ਼ ਕਰਤੀਆਂ ਕਾਰਵਾਈਆਂ। ਅੱਗੇ ਤਾਂ ਉਹਨਾਂ ਨੇ
ਜਿਹੜੇ ਬਲੋਚਿਸਤਾਨ ਦੇ ਸਰਦਾਰ ਲੋਕ ਸੀ ਕਬੀਲੇ ਦੇ, ਉਹਨਾਂ ਦੇ ਉੱਤੇ ਸਾਰਾ ਕੁਝ ਛੱਡਿਆ ਹੋਇਆ ਸੀ। ਲੇਕਿਨ ਹੁਣ ਸਾਡੀ ਪਾਕਿਸਤਾਨ ਦੀ ਫੌਜ ਜਿਹੜੀ ਆ, ਆਰਮੀ ਜਿਹੜੀ ਆ, ਐਕਟਿਵ ਹੋ ਗਈ ਆ, ਤੇ ਹੁਣ ਉਹਨਾਂ ਨੇ ਉਸ ਦੇ ਬਾਅਦ ਦੇ ਵਿੱਚ ਕੁਝ ਦਹਿਸ਼ਤਗਰਦ ਵੀ ਮਾਰੇ ਨੇ, ਤੇ ਉਮੀਦ ਆ ਇਹ ਦਹਿਸ਼ਤਗਰਦ ਆਪਣੇ ਇਬਰਤਨਾਕ ਇੰਜਾਮ ਤੱਕ ਪਹੁੰਚਣਗੇ। ਤੇ ਇਹ ਬੜੀ ਦੁੱਖ ਭਰੀ ਕਹਾਣੀ ਸੀ ਉਹ ਜਿਹੜੀ ਔਰਤ ਸੁਣਾ ਰਹੀ ਸੀ ਕਿ ਅਗਰ ਅਸੀਂ ਵੀ ਉੱਥੇ ਹੁੰਦੇ ਤਾਂ ਸਾਨੂੰ ਵੀ ਉਹਨਾਂ ਨੇ ਮਾਰ ਦੇਣਾ ਸੀ। ਇਸ ਤਰ੍ਹਾਂ ਉਹ ਡਰਾਈਵਰ ਦੀ ਫੁਰਤੀ ਦੇ ਨਾਲ ਡਰਾਈਵਰ ਨੇ ਗੱਡੀ ਦੌੜਾ ਲਈ, ਤੇ ਉਹ ਬੱਚਿਆਂ ਦੀ ਵੀ ਔਰ ਉਹਦੀ ਬੀਵੀ ਦੀ ਵੀ ਜ਼ਿੰਦਗੀ ਬਚ ਗਈ, ਲੇਕਿਨ ਆਪਣੀ ਜਾਨ ਦੀ ਬਾਜ਼ੀ ਉਹ ਹਾਰ ਗਿਆ। ਅੱਲਾਹ ਤਾਲਾ ਜਿੰਨੇ ਵੀ ਉਸ ਦਿਨ ਸ਼ਹੀਦ ਹੋਏ ਨੇ ਸਾਰਿਆਂ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਏ ਔਰ ਪਿਛਲਿਆਂ ਨੂੰ ਸਬਰੇ ਜਮੀਲ ਅਤਾ ਫਰਮਾਏ। ਯਾਰ ਇੱਕ ਦੁੱਖ ਵਾਲੀ ਕਹਾਣੀ ਆ ਤੇ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ, ਤੇ ਇਹਨੂੰ ਸੁਣ ਕੇ ਬੜਾ ਯਾਨੀ ਜਿਹੜਾ ਸਖਤ ਦਿਲ ਬੰਦਾ ਉਹ ਵੀ ਰੋ ਪੈਂਦਾ। ਤੇ ਅੱਲਾਹ ਤਾਲਾ ਸਭ ਨੂੰ ਹਦਾਇਤ ਦੇਵੇ, ਅੱਲਾਹ ਤਾਲਾ ਆਪਣੇ ਹਿਫਜ਼ੋ ਮਾਨ 'ਚ ਰੱਖੇ। अस्सलामु अलैकुम व रहमतुल्लाहि व बरकातुहू।